जे वो सानू डरा के धमका के इन्वैस्टिगेशन नूं प्रभावित करना चाहता, वो भुल जाण गुरप्रीत मर तां सकदा है पर मुड़ नहीं सकता। जिहने भी दुश्मनी करनी होवे वो अपनी मर्जी नाल कर सकदा। असीं ना किसी तो डरदे आ ना डरांगे। सनी भल्ला ते कुछ लोग मेरे कोलों निकल के जाते हैं इस तरफ तो इस तरफ नूं, ते वो जाते हुए हत्थ मार के कहंदा है इत्थे ही कवर पट्टनी है। मैनू डरन की कोई लोड़ नहीं, ना सनी भल्ले ना किसी होर तो ना किसी होर तो। इन्हां ने पॉलिसी का बहाना बना के सरकारी खजाने नूं लुट्टण की कोशिश की। उस पॉलिसी के नाल जिहड़े प्रेजेंट जिहड़े मौजूदा ठेकेदार सी 90-95% लगभग वो काम तो बाहर हो गए, तो इन्हों ने बड़े ठेकेदारां नूं काम दे दिता, जिहदे विच इन्हों ने पहलां तो ही डील कर ली कि तुसीं सानू असीं तुहानूं फुल रेट देवांगे, तुसीं सानू किन्ने पैसे दोगे। वो सारियां डीलां हो गईयां। इन्हां ने पॉलिसी का बहाना बना के सरकारी खजाने नूं लुट्टण की कोशिश की। नवां शहर का काम 41 लाख कुछ हज़ार का होंदा 3 करोड़ का कर दिता। मकसद की सी भी किसी तरीके नाल असीं कंपीटीशन नूं घटाइए ते ख़त्म करिए। उस तो बाद जिहड़े साडे चहेते ने उन्हां नूं ये सारा काम उच्चे रेटां ते दईए। सरकार का टेंडर लैण का मकसद हुंदा भी जो घट रेट आणगे उन्होंने टेंडर मिलना है, जबकि ये कदे मकसद नहीं हुंदा भी जो सारा उच्चा रेट आएगा उन्होंने देना। महकमे की मिली भुगतना इन्हां दी गलत लिस्टां ते भी इन्हां दे टेंडर पास किए गए। सर देखो, 2.25 लाख बोरी की चोरी नहीं हुंदी। जो उहदे ट्रक बनाइए तो कई 100 ट्रक बनते हैं। वो ट्रकों च चोरी नहीं हुंदी इदां शरेआम, ये माल आया ही नहीं। जे असीं गल कर लईए तुहाडे हिसाब नाल जिहड़ा हुण तक घटाला होया, किन्ने दा घटाला होया टोटल? देखो जी, साडे अंदाजे नाल असीं अपनी कंप्लेंट दे विच इहनूं 1500 तो 2000 करोड़ का घटाला किहा 3 सालां दा, 20 का 21 का 22 का। ਕੀ ਤੁਹਾਨੂੰ ਵਾਕਈ ਆਪਦੇ ਕੰਮ ਪ੍ਰਤੀ ਤੁਸੀਂ ਇੰਨੇ ਇਮਾਨਦਾਰ ਹੋ ਕਿ ਤੁਹਾਨੂੰ ਜਿਹੜਾ ਇਹ ਘੁਟਾਲਾ ਹੋਇਆ ਉਹ ਚੀਜ਼ ਦਾ ਦੁੱਖ ਆ, ਜਾਂ ਕੋਈ ਤੁਹਾਡੀ ਭਾਰਤ ਭੂਸ਼ਣ ਦੇ ਨਾਲ ਕੋਈ ਪਰਸਨਲ ਲੱਗਦਾ? ਸਾਡੀ ਕਿਸੇ ਨਾਲ, ਇਕੱਲੇ ਭਾਰਤ ਭੂਸ਼ਣ ਆਸ਼ੂ ਜੀ ਨਹੀਂ, ਕਿਸੇ ਨਾਲ ਨਾ ਕਿਸੇ ਪਾਰਟੀ ਨਾਲ ਕੋਈ ਭਾਈਵਾਲੀ ਹੈ, ਨਾ ਸਾਂਝ ਹੈ, ਨਾ ਦੁਸ਼ਮਣੀ ਹੈ। ਇਹ ਗੱਲ ਭਾਰਤ ਭੂਸ਼ਣ ਆਸ਼ੂ ਜੀ, ਸਾਡਾ ਤਾਂ ਉਹਨਾਂ ਨਾਲ ਕੋਈ ਨੇੜੇ ਨਾ ਤੇੜੇ ਨਾ ਦੂਰ ਦਾ ਕੋਈ ਸੰਬੰਧ ਹੀ ਨਹੀਂ, ਨਾ ਦੋਸਤੀ ਦਾ ਨਾ ਦੁਸ਼ਮਣੀ ਦਾ। ਚੈਟ ਦੀ ਗੱਲ ਹੋ ਰਹੀ ਆ, ਕੀ ਉਹ ਮੈਟਰ ਕੀ ਹੈ? ਉਹਦੇ 'ਚੋਂ ਪੈਸੇ ਦੀ ਲੈਣ ਦੇਣ, ਰੇਟਾਂ ਦੀ, ਹੋਰ ਅਦਰਸ ਸਾਰੀਆਂ ਗੱਲਾਂ, ਬਹੁਤ ਖੁੱਲੀਆਂ ਗੱਲਾਂ ਹੋ ਰਹੀਆਂ ਨੇ। ਉਹਨੂੰ ਪੜ੍ਹ ਕੇ ਕਲੀਅਰ ਸਾਫ਼ ਹੋ ਜਾਂਦਾ ਹੈ ਵੀ ਇਹ ਸਿਸਟਮ ਕਿੰਨਾ ਕਰਪਟ ਹੈ ਤੇ ਕਿਹੜੇ ਤਰੀਕੇ ਨਾਲ ਸਾਨੂੰ ਮਾਸੂਮ ਲੋਕਾਂ ਨੂੰ, ਭੋਲੇ ਭਾਲਿਆਂ ਨੂੰ ਬੇਵਕੂਫ ਬਣਾ ਕੇ ਸਰਕਾਰ ਦੇ ਖਜ਼ਾਨੇ ਦੀ ਤੇ ਸਿਸਟਮ ਦੀ ਲੁੱਟ ਕੀਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ। ਮੈਂ ਤੁਹਾਡਾ ਦੋਸਤ ਗਗਨ ਸਮਾਦ। ਤੁਹਾਨੂੰ ਯਾਦ ਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਇੱਕ ਕੰਪਲੇਂਟ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ 8 ਦਿਨ ਦਾ ਰਿਮਾਂਡ ਹੈ ਉਹ ਲਿਆ ਜਾਂਦਾ ਤੇ ਬਹੁਤ ਸਾਰੇ ਜਿਹੜੇ ਖੁਲਾਸੇ ਆ ਉਹ ਨਿਕਲ ਕੇ ਸਾਹਮਣੇ ਜਿਹੜੇ ਆਉਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੁਡੀਸ਼ੀਅਲ ਕਰ ਦਿੱਤਾ ਜਾਂਦਾ ਤੇ ਹੁਣ ਇਸ ਵਕਤ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਨੇ। ਤੇ ਇਹ ਕੰਪਲੇਂਟ ਜਿਨ੍ਹਾਂ ਵੱਲੋਂ ਕੀਤੀ ਗਈ ਸੀ ਉਹ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਅਸੀਂ ਜਾਣਾਂਗੇ ਦਰਅਸਲ ਵਿੱਚ ਪੂਰਾ ਮਾਮਲਾ ਹੈ ਕੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡੇ ਵੱਲੋਂ ਇੱਕ ਕੰਪਲੇਂਟ ਕੀਤੀ ਜਾਂਦੀ ਹੈ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਨੇ, ਉਹਨਾਂ ਦੇ ਖਿਲਾਫ ਜਿਹੜੀ ਕੰਪਲੇਂਟ ਦਿੱਤੀ ਜਾਂਦੀ ਹੈ ਕਿ ਇੱਕ ਟੈਂਡਰ ਘੁਟਾਲੇ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ। ਦਰਅਸਲ ਕੀ ਤੱਥ ਨੇ, ਕਿਸ ਤੱਥਾਂ ਦੇ ਆਧਾਰ 'ਤੇ ਤੁਹਾਡੇ ਵੱਲੋਂ ਕੰਪਲੇਂਟ ਜਿਹੜੀ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਘਪਲਾ ਹੈ ਉਹ ਸਾਹਮਣੇ ਆਇਆ? ਦੇਖੋ ਜੀ, ਮੈਂ ਇਹ ਕੰਮ ਤੇ ਮੇਰੇ ਸਾਥੀ ਪਿਛਲੇ ਬਹੁਤ ਸਾਲਾਂ ਤੋਂ ਮੰਡੀਆਂ ਦੇ ਵਿੱਚ ਅਸੀਂ ਲੇਬਰ ਅਤੇ ਟਰਾਂਸਪੋਰਟ ਦਾ ਕੰਮ ਕਰਦੇ ਹਾਂ। ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ, ਕੋਈ ਪ੍ਰੋਬਲਮ ਨਹੀਂ ਸੀ। ਸੰਨ 2020 ਦੇ ਵਿੱਚ ਇੱਕ ਸਾਡੇ ਟੈਂਡਰਾਂ ਦੇ ਉੱਪਰ ਇੱਕ ਕਾਲਾ ਸਮਾਂ ਆਇਆ, ਜਿਹਦੀ ਅਗਵਾਈ ਅਸੀਂ ਇਹ ਕਹਿ ਸਕਦੇ ਹਾਂ ਭਾਰਤ ਭੂਸ਼ਣ ਆਸ਼ੂ ਜੀ ਨੇ ਕੀਤੀ। ਉਹਨਾਂ ਨੇ ਇੱਕ ਸਪੈਸ਼ਲ ਟੇਲਰ ਮੇਡ ਪਾਲਿਸੀ ਬਣਾਈ। ਟੇਲਰ ਮੇਡ ਪਾਲਿਸੀ ਤੋਂ ਮਤਲਬ ਜਿਵੇਂ ਆਪਾਂ ਕੱਪੜੇ ਦਾ ਨਾਪ ਟੇਲਰ ਕੋਲੇ ਦੇਣ ਜਾਂਦੇ ਹਾਂ ਤਾਂ ਸਾਡੇ ਨਾਪ ਦੀ ਪੈਂਟ ਸ਼ਰਟ ਸਾਡਾ ਬਿਲਕੁਲ ਜੋ ਸਾਡਾ ਨਾਪ ਹੁੰਦਾ ਹੈ, ਇੱਦਾਂ ਹੀ ਇਹਨਾਂ ਨੇ ਇੱਕ ਪਾਲਿਸੀ ਆਪਣੇ ਜਿਹੜੇ ਚਹੇਤੇ ਠੇਕੇਦਾਰ ਸੀ ਉਹਨਾਂ ਦੇ ਮਤਲਬ ਦੀ ਬਣਾ ਦਿੱਤੀ। ਉਸ ਪਾਲਿਸੀ ਦੇ ਨਾਲ ਜਿਹੜੇ ਪ੍ਰੈਜ਼ੈਂਟ ਜਿਹੜੇ ਮੌਜੂਦਾ ਠੇਕੇਦਾਰ ਸੀ 90-95% लगभग वो काम तो बाहर हो गए। सिर्फ ਜਿਹੜੇ ਵੱਡੇ ਤੋਂ ਸੈਂਸ ਮਤਲਬ ਪੈਸੇ ਵਾਲੇ ਵੱਡੇ, ਅਸੀਂ ਤਜਰਬੇ ਤੋਂ ਵੱਡੇ ਨਹੀਂ ਕਹਿ ਰਹੇ, ਤਜਰਬਾ ਸਾਡੇ ਕੋਲੇ ਬਹੁਤ ਕੁਛ ਹੈ। ਤੇ ਇਹਨਾਂ ਨੇ ਵੱਡੇ ਠੇਕੇਦਾਰਾਂ ਨੂੰ ਕੰਮ ਦੇ ਦਿੱਤਾ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਤੋਂ ਹੀ ਡੀਲ ਕਰ ਲਈ
कि ਤੁਸੀਂ ਸਾਨੂੰ ਅਸੀਂ ਤੁਹਾਨੂੰ ਫੁੱਲ ਰੇਟ ਦੇਵਾਂਗੇ, ਤੁਸੀਂ ਸਾਨੂੰ ਕਿੰਨੇ ਪੈਸੇ ਦਿਓਗੇ। ਉਹ ਸਾਰੀਆਂ ਡੀਲਾਂ ਹੋ ਗਈਆਂ। ਇਹਨਾਂ ਨੇ ਪਾਲਿਸੀ ਦਾ ਬਹਾਨਾ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਆਪਾਂ ਕਹਾਂਗੇ ਸਰਕਾਰੀ ਪੈਸੇ ਦੀ ਨਿਕਾਸੀ। ਉਸ ਨਿਕਾਸੀ ਨੂੰ ਆਪਸ ਦੇ ਵਿੱਚ ਵੰਡਿਆ ਤੇ ਲੁੱਟਿਆ। ਪਾਲਿਸੀ ਇਹ ਬਣਾਈ ਕਿ ਜੀ ਮੰਨ ਲਓ ਮੁੱਲਾਂਪੁਰ ਮੰਡੀ ਦਾ ਕੰਮ ਮੈਂ ਕੀਤਾ 19-20 ਦੇ ਵਿੱਚ, ਮੇਰਾ ਕੰਮ ਹੁੰਦਾ ਲਗਭਗ 2.25 ਕਰੋੜ ਦਾ, ਇਹਨਾਂ ਨੇ ਉਹ ਕੰਮ 4 ਕਰੋੜ ਦਾ ਕਰ ਦਿੱਤਾ। ਮੈਂ ਤਾਂ ਪ੍ਰੈਜ਼ੈਂਟ ਬਾਹਰ ਹੋ ਗਿਆ। ਨਵਾਂ ਸ਼ਹਿਰ ਦਾ ਕੰਮ 41 ਲੱਖ ਕੁਛ ਹਜ਼ਾਰ ਦਾ ਹੁੰਦਾ, 3 ਕਰੋੜ ਦਾ ਕਰ ਦਿੱਤਾ। ਮਕਸਦ ਕੀ ਸੀ ਵੀ ਕਿਸੇ ਤਰੀਕੇ ਨਾਲ ਅਸੀਂ ਕੰਪੀਟੀਸ਼ਨ ਨੂੰ ਘਟਾਈਏ ਤੇ ख़त्म ਕਰੀਏ। ਉਸ ਤੋਂ ਬਾਅਦ ਜਿਹੜੇ ਸਾਡੇ ਚਹੇਤੇ ਨੇ ਉਹਨਾਂ ਨੂੰ ਇਹ ਸਾਰਾ ਕੰਮ ਉੱਚੇ ਰੇਟਾਂ ਤੇ ਦਈਏ। ਸਾਡਾ ਜਿਹੜਾ ਬੇਸ ਹੈ ਘੁਟਾਲੇ ਦਾ ਉਹ ਹੈਗਾ ਉੱਚਾ ਰੇਟ। ਉੱਚਾ ਰੇਟ ਤੋਂ ਮਤਲਬ ਸਰਕਾਰ ਦਾ ਟੈਂਡਰ ਲੈਣ ਦਾ ਮਕਸਦ ਹੁੰਦਾ ਵੀ ਜੋ ਘੱਟ ਰੇਟ ਆਣਗੇ ਉਹਨੂੰ ਟੈਂਡਰ ਮਿਲਣਾ ਹੈ, ਜਦਕਿ ਇਹ ਕਦੇ ਮਕਸਦ ਨਹੀਂ ਹੁੰਦਾ ਵੀ ਜੋ ਸਾਰਿਆਂ ਨਾਲੋਂ ਉੱਚਾ ਰੇਟ ਆਏਗਾ ਉਹਨੂੰ ਦੇਣਾ ਇੱਕ ਚੀਜ਼। ਦੂਸਰੇ ਨੰਬਰ ਤੇ ਜੋ ਇਹਨਾਂ ਨੇ ਵਾਧਾ ਦਿੱਤਾ, ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਕੰਮ ਪਿਛਲੇ ਸਾਲ 1 ਕਰੋੜ ਦਾ ਹੁੰਦਾ ਤਾਂ ਉਹ ਅਗਲੇ ਸਾਲ 1 ਕਰੋੜ 10 ਲੱਖ, 15, 20, 30 ਤੱਕ ਹੋ ਸਕਦਾ। ਉਹ 2-2.5 ਕਰੋੜ ਦਾ ਨਹੀਂ ਹੋਏਗਾ। ਉਹ ਇਹਨਾਂ ਨੇ ਜਿਹਨੂੰ ਕਹਿ ਸਕਦੇ ਗੈਰ ਕਾਨੂੰਨੀ ਵਾਧਾ ਦਿੱਤਾ। ਗੈਰ ਕਾਨੂੰਨੀ ਵਾਧੇ ਤੋਂ ਸੈਂਸ ਮਤਲਬ ਇਹ ਹੈ ਵੀ ਉਹ ਵਾਧੇ ਨੂੰ ਇਹ ਜਸਟੀਫਾਈ ਨਹੀਂ ਕਰ ਸਕਦੇ ਵੀ ਇਹ ਵਾਧਾ ਅਸੀਂ ਦਿੱਤਾ ਕਿਉਂ। ਇੰਨਾ ਸਿੰਗਲ ਟਾਈਮ ਦੇ ਵਿੱਚ, ਸਿੰਗਲ ਟਾਈਮ ਦੇ ਵਿੱਚ ਕਦੇ ਵੀ ਇੰਨਾ ਵਾਧਾ ਨਹੀਂ ਦਿੱਤਾ ਜਾ ਸਕਦਾ। ਇਸ ਕਰਕੇ ਇਹ ਘਪਲਾ ਹੋਇਆ ਤੇ ਇਸ ਘਪਲੇ ਤੇ ਅਸੀਂ ਹੌਲੀ ਹੌਲੀ ਛਾਣਬੀਣ ਕੀਤੀ, ਤੱਥ ਕੱਢੇ। ਤੱਥ ਕੱਢ ਕੇ ਅਸੀਂ ਆਪਣੀ ਗੱਲ ਮੀਡੀਆ 'ਚ ਰੱਖੀ। ਸਾਡੀ ਗੱਲ ਤੇ ਕਾਂਗਰਸ ਸਰਕਾਰ ਵੇਲੇ ਕੋਈ ਸੁਣਵਾਈ ਨਹੀਂ ਹੋਈ। ਫਿਰ ਅਸੀਂ 2 ਮਾਰਚ ਨੂੰ ਇੱਕ ਕੰਪਲੇਂਟ ਦਿੰਦੇ ਹਾਂ ਵਿਜੀਲੈਂਸ ਬਿਊਰੋ ਨੂੰ ਤੇ 10 ਮਾਰਚ ਨੂੰ ਨਵੀਂ ਸਰਕਾਰ ਬਣਦੀ ਹੈ ਤੇ ਸਾਨੂੰ ਥੋੜ੍ਹੀ ਜਿਹੀ ਉਮੀਦ ਜਾਗੀ। ਫਿਰ ਧਰਮਸੋਤ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਜੂਨ ਵਿੱਚ, ਜਿਸ ਤੋਂ ਬਾਅਦ ਅਸੀਂ ਦੁਬਾਰਾ ਵਿਜੀਲੈਂਸ ਬਿਊਰੋ ਚੰਡੀਗੜ੍ਹ ਜਾਂਦੇ ਹਾਂ, ਮੋਹਾਲੀ। ਉੱਥੇ ਜਾ ਕੇ ਅਸੀਂ ਪੁੱਛਦੇ ਹਾਂ ਤਾਂ ਸਾਡੀ ਜਿਹੜੀ ਕੰਪਲੇਂਟ ਸੀ ਉਹਦੇ ਤੇ ਇਨਕੁਆਇਰੀ ਮਾਰਕ ਹੋ ਜਾਂਦੀ ਹੈ। ਜੋ ਇਨਕੁਆਇਰੀ ਆਉਂਦੀ ਹੈ ਵਿਜੀਲੈਂਸ ਬਿਊਰੋ ਲੁਧਿਆਣਾ ਕੋਲੇ ਜੂਨ ਤੋਂ ਇੱਥੇ ਇਨਕੁਆਇਰੀ ਲਗਾਤਾਰ ਚੱਲ ਰਹੀ ਹੈ, ਜਿਹਦੇ ਤੇ 16 ਅਗਸਤ 2022 ਨੂੰ ਇੱਕ ਪਰਚਾ ਦਰਜ ਹੁੰਦਾ ਇੱਕ ਠੇਕੇਦਾਰ ਨੂੰ ਤੇ ਬਾਅਦ ਦੇ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹ ਸਾਰੇ ਇੱਕ ਤੱਥਾਂ ਬੇਸ ਤੇ ਕੰਮ ਹੋਇਆ, ਇਹ ਟੈਕਨੀਕਲ ਕੰਮ ਹੋਇਆ, ਫੰਡ ਬੇਸ ਕੰਮ ਹੋਇਆ, ਪੈਸੇ ਜ਼ਿਆਦਾ ਨਿਕਲੇ ਨੇ। ਇਹ ਕੋਈ ਝੂਠਾ ਗੈਰ ਕਾਨੂੰਨੀ ਜਾਂ ਬੇਮਤਲਬ ਦੀ ਬਣਦੀ ਗੱਲ ਨਹੀਂ ਬਣਾਈ ਗਈ ਤੇ ਅਸੀਂ ਕੋਈ ਪੋਲੀਟੀਕਲ ਇਲਜ਼ਾਮ ਨਹੀਂ ਲਾਇਆ। ਜੋ ਸਾਡੇ ਕੰਮ ਦੇ ਵਿੱਚ ਅਸਲੀਅਤ ਦੇ ਵਿੱਚ ਹੋਇਆ, ਅਸੀਂ ਇੱਕ ਸੱਚੇ ਕੰਮ ਕਰਨ ਵਾਲੇ ਵਰਕਰ ਹੈ ਜਿਹੜੇ ਸਾਡਾ ਕੰਮ ਠੇਕੇਦਾਰੀ ਦਾ ਅਸੀਂ ਕਰਦੇ ਹਾਂ। ਅਸੀਂ ਕੋਈ ਲੇਬਰ ਵਾਲੇ ਦਾ ਪੁੱਤ ਹੈ, ਕੋਈ ਡਰਾਈਵਰ ਦਾ ਬੇਟਾ ਹੈ, ਕਿਸੇ ਨੇ ਖੁਦ ਬੋਰੀ ਚੱਕੀ ਹੈ, ਕਿਸੇ ਦੇ ਫਾਦਰ ਨੇ ਚੱਕੀ ਹੈ, ਕਿਸੇ ਦੇ ਦਾਦੇ ਨੇ ਚੱਕੀ ਹੈ। ਅਸੀਂ ਇੱਕ ਸਾਰੇ ਸਧਾਰਨ ਪਰਿਵਾਰਾਂ ਤੋਂ, ਸਾਡਾ ਰਾਜਨੀਤੀ ਨਾਲ ਕੋਈ ਮਤਲਬ ਨਹੀਂ। ਸਾਡੇ ਗੱਲ ਨੂੰ ਜਾਣ ਕੇ ਰਾਜਨੀਤੀ ਵਿੱਚ ਫਸਾਇਆ ਜਾ ਰਿਹਾ ਕਿ ਇਸ ਮਕਸਦ ਨੂੰ ਆਪਣੀ ਲਾਈਨ ਤੋਂ ਭਟਕਾ ਕੇ ਉਹਦਾ ਇਹ ਫੇਰ ਦੁਬਾਰਾ ਤੋਂ ਆਪਣੇ ਹਿਸਾਬ ਨਾਲ ਫਾਇਦਾ ਲੈਣਾ। ਇੱਕ ਜਿਹੜੀ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਜਿੱਦਾਂ ਗੱਲ ਕਹੀ ਜਾ ਰਹੀ ਕਿ ਜਿਹੜੀਆਂ ਇੱਕ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਿੱਦਾਂ ਸੀਗੇ ਤਾਂ ਉਹ ਰਜਿਸਟ੍ਰੇਸ਼ਨ ਨੰਬਰ 2 ਵੀਲਰਾਂ ਦੇ ਸੀ ਜਿਹੜੇ ਕਿ 4 ਵੀਲਰ ਦੇ ਹੋਣੇ ਚਾਹੀਦੇ ਆ। ਇਹ ਕੀ ਮਾਮਲਾ ਜੀ? ਦੇਖੋ ਜੀ, ਜਦੋਂ ਸਾਡੇ ਟੈਂਡਰ ਪੈਂਦੇ ਨੇ ਉਹਨਾਂ ਦੇ ਵਿੱਚ ਗੱਡੀ ਦੀ ਲਿਸਟ ਅਪਲੋਡ ਕਰਨੀ ਹੁੰਦੀ ਆ। ਪਹਿਲੇ ਨੰਬਰ ਤੇ ਤਾਂ ਇਹਨਾਂ ਦੀਆਂ ਲਿਸਟਾਂ ਉਹ ਗਲਤ ਸੀ। ਮਹਿਕਮੇ ਦੀ ਮਿਲੀ ਭੁਗਤਣਾ ਇਹਨਾਂ ਦੀ ਗਲਤ ਲਿਸਟਾਂ ਤੇ ਵੀ ਇਹਨਾਂ ਦੇ ਟੈਂਡਰ ਪਾਸ ਕੀਤੇ ਗਏ, ਜਦਕਿ ਦੂਜਿਆਂ ਦੇ ਫੇਲ ਕੀਤੇ ਗਏ। ਇੱਕ ਪਾਰਟ ਹੋ ਗਿਆ। ਦੂਸਰਾ ਪਾਰਟ ਜਿਹੜੀਆਂ ਇਹਨਾਂ ਨੇ ਗੱਡੀਆਂ ਚਲਾਈਆਂ ਉਹ ਵੀ ਗਲਤ ਪਾਈਆਂ ਗਈਆਂ। ਉਹਨਾਂ ਦੇ ਵਿੱਚ 2 ਵੀਲਰ ਦੇ, ਮੋਟਰਸਾਈਕਲ ਦੇ, ਕਾਰ ਦੇ ਇਸ ਤਰੀਕੇ ਦੇ ਨੰਬਰ ਨਿਕਲੇ। ਹੁਣ ਤੁਸੀਂ ਖੁਦ ਸਮਝੋ, ਤੁਸੀਂ ਉਹਨੂੰ ਕਿੱਦਾਂ ਜਸਟੀਫਾਈ ਕਰੋਗੇ ਵੀ ਇੱਕ 2 ਵੀਲਰ 400 ਬੋਰੀ, 500 ਬੋਰੀ, 350 ਬੋਰੀ ਕਿੱਦਾਂ ਲੈ ਕੇ ਚਲਾ ਜਾਵੇਗਾ। ਚਲੋ 1% ਮੈਂ ਆਪਾਂ ਕਹਿੰਦੇ ਹਾਂ ਵੀ ਇਹ ਠੇਕੇਦਾਰ ਤੇ ਕਾਂਗਰਸ ਸਰਕਾਰ ਕਹਿੰਦੀ ਹੈ ਵੀ ਉਹ ਤਾਂ ਜੀ ਗਲਤ ਨੰਬਰ ਸੀ, ਮਾਲ ਪਹੁੰਚ ਗਿਆ। ਪਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਦੇਖੋ, ਪਿਛਲੇ 2 ਮਹੀਨਿਆਂ 'ਚ 3 ਬੜੇ ਇੰਸੀਡੈਂਟ ਹੋ ਗਏ ਆ। ਅੰਮ੍ਰਿਤਸਰ ਸਾਈਡ ਸ਼ਾਇਦ ਜੰਡਿਆਲਾ ਗੁਰੂ ਹੈ ਜਿੱਥੇ 2.25 ਲੱਖ ਬੋਰੀ ਕਣਕ ਦੀ ਚੋਰੀ ਹੈ, ਜਿੱਥੇ ਹੈ ਨਹੀਂ। ਸਰ ਦੇਖੋ, 2.25 ਲੱਖ ਬੋਰੀ ਦੀ ਚੋਰੀ ਨਹੀਂ ਹੁੰਦੀ। ਜੇ ਉਹਦੇ ਟਰੱਕ ਬਣਾਈਏ ਤਾਂ ਕਈ 100 ਟਰੱਕ ਬਣਦੇ ਨੇ। ਉਹ ਟਰੱਕਾਂ 'ਚ ਚੋਰੀ ਨਹੀਂ ਹੁੰਦੀ ਇੱਦਾਂ ਸ਼ਰੇਆਮ। ਇਹ ਮਾਲ ਆਇਆ ਹੀ ਨਹੀਂ। ਜਿਹੜੇ ਆਪਾਂ ਗਲਤ ਗੇਟ ਪਾਸਾਂ ਦੀ ਗੱਲ ਕਰ ਰਹੇ ਹਾਂ ਉਹ ਵਿਜੀਲੈਂਸ ਦਾ ਸ਼ੱਕ ਹੈ ਵੀ ਇਸੇ ਤਰੀਕੇ ਨਾਲ ਐਸਾ ਕੁਝ ਹੋਇਆ। ਦੂਸਰੇ ਨੰਬਰ ਤੇ ਪਾਤੜਾਂ ਵਿੱਚ 30 ਤੋਂ 35 ਹਜ਼ਾਰ ਬੋਰੀ ਘਟਦੀ ਹੈ। ਤੀਜੇ ਨੰਬਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਾਈਡਾਂ ਤੇ ਬੋਰੀਆਂ ਲੱਗੀਆਂ, ਵਿੱਚ ਸਾਰਾ ਖਾਲੀ ਹੈ, ਕਰੇਟ ਲਾ ਕੇ ਉੱਪਰੋਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ। ਇਹ ਸਿੱਧੀ ਅਨਾਜ ਦੀ ਲੁੱਟ ਹੈ। ਵਿਜੀਲੈਂਸ ਦਾ ਜੋ ਜਾਂਚ ਦਾ ਮੇਰੀ ਆਪਣੇ ਨਜ਼ਰੀਏ ਨਾਲ ਇਹ ਮਕਸਦ ਹੈ ਕਿ ਇਹ ਦੇਖਣਾ ਉਹਨਾਂ ਨੇ ਸ਼ੋਰ ਕਰਨਾ ਹੈ ਵੀ ਮਾਲ ਪੂਰਾ ਪੁੱਜਿਆ ਵੀ ਹੈ ਕਿ ਨਹੀਂ ਪੁੱਜਿਆ।
ਗੱਡੀਆਂ ਲਾਣਾ ਨਾ ਲਾਣਾ ਉਹ ਅਨਿਯਮਿਤਤਾ ਦਾ ਸਬਜੈਕਟ ਹੈ, ਉਹ ਇੱਕ ਅਲੱਗ ਟੈਂਡਰ ਮੈਟਰ 'ਚ ਆ ਜਾਂਦੀ ਗੱਲ। ਪਰ ਜਿਹੜਾ ਮਾਲ ਜੇ ਪੂਰਾ ਪਹੁੰਚਿਆ ਨਹੀਂ ਪਾਉਣਾ ਉਹ ਵਿਜੀਲੈਂਸ ਨੇ ਚੈੱਕ ਕਰਨਾ। ਮੇਰੇ ਹਿਸਾਬ ਨਾਲ ਐਸੀ ਗੱਲ ਹੈ, ਬਾਕੀ ਜੋ ਜਾਂਚ ਹੋਏਗੀ ਉਹ ਤੁਹਾਡੇ ਸਾਹਮਣੇ ਆ ਜਾਏਗੀ। ਗੁਰਪ੍ਰੀਤ ਜੀ, ਜੇ ਅਸੀਂ ਗੱਲ ਕਰ ਲਈਏ ਤੁਹਾਡੇ ਹਿਸਾਬ ਨਾਲ ਜਿਹੜਾ ਹੁਣ ਤੱਕ ਘਟਾਲਾ ਹੋਇਆ, ਕਿੰਨੇ ਦਾ ਘਟਾਲਾ ਹੋਇਆ ਟੋਟਲ? ਦੇਖੋ ਜੀ, ਸਾਡੇ ਅੰਦਾਜ਼ੇ ਨਾਲ ਅਸੀਂ ਆਪਣੀ ਕੰਪਲੇਂਟ ਦੇ ਵਿੱਚ ਇਹਨੂੰ 1500 ਤੋਂ 2000 ਕਰੋੜ ਦਾ ਘੁਟਾਲਾ ਗਿਆ 3 ਸਾਲਾਂ ਦਾ, 20 ਦਾ, 21 ਦਾ, 22 ਦਾ। ਕੁਛ ਪਾਰਟ 23 'ਚ ਚੱਲ ਜਾਣਾ ਕਿਉਂਕਿ 20 ਦਾ ਕੁਛ ਪਾਰਟ ਪੁਰਾਣੇ ਟੈਂਡਰ 'ਚ ਚਲਾ ਗਿਆ ਸੀ। ਤੇ ਆਪਾਂ ਜੇ ਇਹਨੂੰ 3 ਸਾਲਾਂ 'ਚ ਲਾਈਏ ਤਾਂ ਅਸੀਂ ਇਹਨੂੰ ਐਸਟੀਮੇਟਡ 1500 ਤੋਂ 2000 ਕਰੋੜ ਦਾ ਮੰਨਦੇ ਹਾਂ, ਕਿਉਂਕਿ ਸਾਡੇ ਅੰਦਾਜ਼ੇ ਨਾਲ ਇੱਕ ਸਾਲ 'ਚ 500 ਤੋਂ 600-700 ਕਰੋੜ ਦੇ ਵਿੱਚ ਗੜਬੜ ਹੋਈ ਹੈ। ਹੋ ਸਕਦਾ ਸਾਡਾ ਅੰਦਾਜ਼ਾ ਥੋੜ੍ਹਾ ਘੱਟ ਵੀ ਹੋਵੇ, ਹੋ ਸਕਦਾ ਜ਼ਿਆਦਾ ਵੀ ਹੋਵੇ। ਉਹ ਹੁਣ ਪੂਰੇ ਪੰਜਾਬ ਦਾ ਸਬਜੈਕਟ ਹੈ, ਇੰਨਾ ਸਾਡੇ ਕੋਲ ਡੇਟਾ ਆંકੜੇ ਨੰਬਰਸ ਨਹੀਂ ਸੀ ਜਿਹੜਾ ਅਸੀਂ ਐਕੂਰੇਟ ਕੱਢ ਸਕੀਏ। ਅਸੀਂ ਉਹਦੇ 'ਤੇ ਇੱਕ ਅੰਦਾਜ਼ਾ ਲਾਇਆ, ਉਹ ਹੁਣ ਜਾਂਚ ਦੇ ਵਿੱਚ ਸਾਰਾ ਸਾਹਮਣੇ ਆ ਜਾਵੇਗਾ। ਗੁਰਪ੍ਰੀਤ ਜੀ, ਇੱਕ ਸਵਾਲ ਹੈ, ਕਈ ਵਾਰੀ ਕੀ ਹੁੰਦਾ ਕਿ ਅਕਸਰ ਦੇਖਣ ਨੂੰ ਜਿਹੜੀਆਂ ਗੱਲਾਂ ਮਿਲਦੀਆਂ ਵੀ ਜਾਂ ਤਾਂ ਕੋਈ ਬੰਦਾ ਹੁੰਦਾ, ਚਾਹੇ ਤੁਸੀਂ ਹੋ ਚਾਹੇ ਕੋਈ ਹੋਰ ਹੈ, ਇੱਕ ਬੰਦਾ ਹੁੰਦਾ ਜਾਂ ਤਾਂ ਉਹ ਆਪਣੇ ਕੰਮ ਪ੍ਰਤੀ ਇੰਨਾ ਕਿ ਇਮਾਨਦਾਰ ਹੁੰਦਾ ਹੈ ਕਿ ਉਹਨੂੰ ਹਰ ਇੱਕ ਜੋ ਗਲਤ ਹੁੰਦਾ ਹੈ ਉਹ ਗਲਤ ਨਜ਼ਰ ਆਉਂਦਾ ਹੈ ਅਤੇ ਉਹ ਜਿਹੜਾ ਸੱਚ ਬੋਲਣ ਤੋਂ ਕਦੇ ਪਿੱਛੇ ਨਹੀਂ ਹਟਦਾ। ਦੂਜੇ ਨੰਬਰ 'ਤੇ ਕੀ ਦੇਖਣ ਨੂੰ ਮਿਲਦਾ ਕਿ ਕਈ ਵਾਰ ਕਿਸੇ ਨਾਲ ਨਿੱਜੀ ਲਾਗ ਡਾਟ ਹੁੰਦੀ ਹੈ। ਕੀ ਤੁਹਾਨੂੰ ਵਾਕਈ ਆਪਦੇ ਕੰਮ ਪ੍ਰਤੀ ਤੁਸੀਂ ਇੰਨੇ ਇਮਾਨਦਾਰ ਹੋ ਕਿ ਤੁਹਾਨੂੰ ਜਿਹੜਾ ਇਹ ਘੁਟਾਲਾ ਹੋਇਆ ਉਹ ਚੀਜ਼ ਦਾ ਦੁੱਖ ਹੈ, ਜਾਂ ਕੋਈ ਤੁਹਾਡੀ ਭਾਰਤ ਭੂਸ਼ਣ ਦੇ ਨਾਲ ਕੋਈ ਪਰਸਨਲ ਲਾਗ ਡਾਟ ਹੈ? ਦੇਖੋ ਜੀ, ਜਿਹੜੀ ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰਦਾ, ਸਾਡੀ ਕਿਸੇ ਨਾਲ, ਇਕੱਲੇ ਭਾਰਤ ਭੂਸ਼ਣ ਆਸ਼ੂ ਜੀ ਨਹੀਂ, ਕਿਸੇ ਨਾਲ ਨਾ ਕਿਸੇ ਪਾਰਟੀ ਨਾਲ ਕੋਈ ਭਾਈਵਾਲੀ ਹੈ, ਨਾ ਸਾਂਝ ਹੈ, ਨਾ ਦੁਸ਼ਮਣੀ ਹੈ। ਰਹੀ ਗੱਲ ਭਾਰਤ ਭੂਸ਼ਣ ਆਸ਼ੂ ਜੀ, ਸਾਡਾ ਤਾਂ ਉਹਨਾਂ ਨਾਲ ਕੋਈ ਨੇੜੇ ਨਾ ਤੇੜੇ ਨਾ ਦੂਰ ਦਾ ਕੋਈ ਸੰਬੰਧ ਹੀ ਹੈ ਨਹੀਂ, ਨਾ ਦੋਸਤੀ ਦਾ ਨਾ ਦੁਸ਼ਮਣੀ ਦਾ। ਅਸੀਂ ਤਾਂ ਸਿਰਫ ਆਪਣੇ ਹੱਕ ਸੱਚ ਦੀ ਲੜਾਈ ਲਈ ਖੜ੍ਹੇ ਹੋਏ ਹਾਂ, ਉਹਦੀ ਆਵਾਜ਼ ਚੱਕੀ ਆ। ਤੁਸੀਂ ਸਾਡੇ ਬਾਰੇ ਮੁੱਲਾਂਪੁਰ ਜਾ ਕੇ ਪਤਾ ਕਰਨਾ ਵੀ ਅਸੀਂ ਕੰਮ ਗੁਰਪ੍ਰੀਤ ਸਿੰਘ ਜਾਂ ਉਹਨਾਂ ਦੇ ਨਾਲ ਦੇ ਸਾਥੀ ਕਿੰਨੇ ਇਮਾਨਦਾਰੀ ਨਾਲ ਕਰਦੇ ਆ ਜਾਂ ਨਹੀਂ ਕਰਦੇ ਆ। ਉੱਥੇ ਚੋਰੀ ਹੁੰਦੀ ਹੈ, ਟਰੱਕਾਂ ਵਿੱਚੋਂ ਚੱਲਦੇ ਬੱਚੇ ਪਿੱਛੇ ਚੋਰੀ ਕਰਨ ਲੱਗ ਜਾਂਦੇ ਨੇ, ਉਹਨੂੰ ਕਿੱਦਾਂ ਰੋਕਿਆ ਜਾਂਦਾ, ਕਿੱਦਾਂ ਕੀਤਾ ਜਾਂਦਾ। ਡਿਪਾਰਟਮੈਂਟ ਦੇ ਸ਼ਖਸ ਦੱਸਦੇ ਸਾਡਾ ਮਕਸਦ ਸਿਰਫ ਸੱਚ ਨੂੰ ਸਾਹਮਣੇ ਲਿਆਉਣਾ ਸੀ, ਨਾ ਕਿ ਕਿਸੇ ਨੂੰ ਬੇਇੱਜ਼ਤ ਕਰਨਾ ਜਾਂ ਕਿਸੇ ਦਾ ਨਾਮ ਉਛਾਲਣਾ। ਪਰ ਇਹ ਜ਼ਰੂਰ ਕਹਿਣਾ, ਜਿਹੜੀ ਸਾਡੀ ਪੁਆਇੰਟ ਹੈ, ਸਾਡਾ ਮਕਸਦ ਹੈ, ਉਹ 100% ਸੱਚ ਹੈ। ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਭਾਰਤ ਭੂਸ਼ਣ ਆਸ਼ੂ ਜੀ ਨਾਲ ਸਾਡੀ ਜਾਤੀ ਦੁਸ਼ਮਣੀ, ਨਾ ਕਿਸੇ ਹੋਰ ਨਾਲ ਹੈ। ਪਰ ਇੰਨਾ ਜ਼ਰੂਰ ਕਹਾਂਗੇ, ਅਸੀਂ ਇਸ ਮਕਸਦ ਨੂੰ ਇੱਕ ਅੰਜਾਮ ਤੱਕ ਜ਼ਰੂਰ ਪਹੁੰਚਾਉਣਾ ਚਾਹੁੰਦੇ ਹਾਂ, ਤਾਂ ਕਿ ਆਉਣ ਵਾਲੇ ਸਮੇਂ 'ਚ ਇੱਕ ਸਮਾਜ ਵਿੱਚ, ਰਾਜਨੀਤਿਕ ਪਾਰਟੀਆਂ ਵਿੱਚ ਇੱਕ ਮੈਸੇਜ ਆਵੇ ਕਿ ਜੇ ਕੋਈ ਗਲਤ ਕਰੇਗਾ ਤਾਂ ਉਹਨੂੰ ਗਲਤ ਭਰਨਾ ਵੀ ਪਵੇਗਾ। ਗੁਰਪ੍ਰੀਤ ਜੀ, ਜਿੱਦਾਂ 22 ਤਰੀਕ ਦੀ ਅਸੀਂ ਗੱਲ ਕਰ ਲਈਏ, 22 ਤਰੀਕ ਨੂੰ ਭਾਰਤ ਭੂਸ਼ਣ ਆਸ਼ੂ ਨੂੰ ਜਿਹੜਾ ਹੈ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ 24 ਤਰੀਕ ਨੂੰ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ, ਜਿਸ ਵਿੱਚ ਸਨੀ ਭੱਲੇ ਨਾਲ ਵਿਜੀਲੈਂਸ ਆਫਿਸ ਦੇ ਬਾਹਰ ਤੁਹਾਡੀ ਤਿੱਖੀ ਬਹਿਸ ਹੁੰਦੀ ਹੈ। ਉਹ ਜਿਹੜੀ ਬਹਿਸ ਹੋਈ ਆ, ਉਹ ਬਹਿਸ ਦਾ ਕਾਰਨ ਕੀ ਸੀ? ਦੇਖੋ ਜੀ, ਮੈਂ ਦੱਸਾਂ ਤੁਹਾਨੂੰ, 22 ਤਰੀਕ ਨੂੰ ਭਾਰਤ ਭੂਸ਼ਣ ਆਸ਼ੂ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ। 22 ਰਾਤ ਤੋਂ ਇੱਥੇ ਧਰਨੇ ਲੱਗ ਜਾਂਦੇ, ਸ਼ਾਇਦ ਜਿੱਥੇ ਆਪਾਂ ਬੈਠੇ ਹਾਂ ਇਸ ਜਗ੍ਹਾ ਵੀ ਬੈਠੇ ਸੀਗੇ। ਉਹ 23-24 ਬਿਲਕੁਲ ਠੀਕ ਠਾਕ ਰਿਹਾ, ਕੋਈ ਪ੍ਰੋਬਲਮ ਨਹੀਂ ਸੀ। 25 ਨੂੰ ਅਸੀਂ ਵੀ ਸੋਚਿਆ ਵੀ ਇਹ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਉਹਨੂੰ ਪ੍ਰਭਾਵਿਤ ਕਰਨ ਲਈ ਜਾਣ ਕੇ ਅਫਸਰਾਂ 'ਤੇ ਦਬਾਅ ਬਣਾ ਰਹੇ ਆ। ਅਸੀਂ ਵੀ ਇੱਕ ਪੈਰਲਰ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ। ਚਲੋ ਡਿਪਟੀ ਸਾਹਿਬ ਨੇ ਆ ਕੇ ਸਾਡਾ ਲਾਅ ਐਂਡ ਆਰਡਰ ਕਰਕੇ ਹਟਾ ਦਿੱਤਾ, ਸਾਨੂੰ ਉਹਦੇ 'ਤੇ ਕੋਈ ਇਤਰਾਜ਼ ਨਹੀਂ ਆ। ਅਸੀਂ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਬੰਦੇ ਆ, ਸ਼ਾਂਤੀ ਪ੍ਰਿय ਸ਼ਹਿਰ ਦਾ ਮਾਹੌਲ ਰਹੇ, ਅਸੀਂ ਉਸ ਚੀਜ਼ ਨੂੰ ਪਹਿਲ ਦੇਵਾਂਗੇ। ਪਰ ਅਸੀਂ ਜਦੋਂ ਟੈਂਟ ਲਾਉਂਦੇ ਹੁੰਦੇ ਹਾਂ, ਸਨੀ ਭੱਲਾ ਅਤੇ ਕੁਛ ਲੋਕ ਮੇਰੇ ਕੋਲੋਂ ਨਿਕਲ ਕੇ ਜਾਂਦੇ ਨੇ ਇਸ ਤਰਫ ਤੋਂ ਇਸ ਤਰਫ ਨੂੰ, ਅਤੇ ਉਹ ਜਾਂਦੇ ਹੋਏ ਹੱਥ ਮਾਰ ਕੇ ਕਹਿੰਦਾ ਹੈ ਇੱਥੇ ਹੀ ਕਵਰ ਪੱਟਣੀ ਆ। ਮੈਨੂੰ ਸ਼ਾਇਦ ਲੱਗਿਆ ਗੱਲ ਤਾਂ ਸੁਣ ਗਈ, ਮੈਂ ਕਿਹਾ ਹੋ ਸਕਦਾ ਕਿਸੇ ਹੋਰ ਨੂੰ ਨਾ ਕਹਿੰਦੇ ਹੁਣ। ਫਿਰ ਉਹ ਥੋੜ੍ਹਾ ਜਿਹਾ ਅੱਗੇ ਵੱਧਦੇ ਹੀ ਮੇਰੇ ਵੱਲ ਮੁੜ ਕੇ ਦੇਖਦਾ ਅਤੇ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ, ਜਿਸ ਵਿੱਚ ਮੈਂ ਵੀ ਉਸ ਨੂੰ ਦੇਖਦਾ। ਮੈਂ ਮਨਾ ਨਹੀਂ ਕਰਦਾ, ਕਿਉਂਕਿ ਮੈਨੂੰ ਡਰਨ ਦੀ ਕੋਈ ਲੋੜ ਨਹੀਂ, ਨਾ ਸਨੀ ਭੱਲੇ, ਨਾ ਕਿਸੇ ਹੋਰ ਤੋਂ, ਨਾ ਕਿਸੇ ਹੋਰ ਤੋਂ। ਚਲੋ ਉਹ ਮੈਂ ਇਗਨੋਰ ਕਰ ਦਿੰਦਾ ਵੀ ਚਲੋ ਕੋਈ ਗੱਲ ਨਹੀਂ, ਐਸੀਆਂ ਚੀਜ਼ਾਂ ਜਜ਼ਬਾਤੀ ਹੋ ਕੇ, ਗੁੱਸੇ 'ਚ ਹੋ ਜਾਂਦੀਆਂ ਨੇ। ਉਸ ਤੋਂ ਕੁਛ ਸਮਾਂ 2-3 ਘੰਟੇ ਬੀਤਣ ਤੋਂ ਬਾਅਦ ਸਨੀ ਭੱਲਾ ਫਿਰ ਇਸ ਪਾਰਕ 'ਚ ਆਉਣ ਲਈ ਉਸ ਗੇਟ ਕੋਲੇ ਆ ਕੇ ਮੇਰੇ ਵੱਲ ਇੱਦਾਂ ਲੰਬੀ ਬਾਂਹ ਕੱਢ ਕੇ ਉਂਗਲੀ ਕਰਕੇ ਇੱਦਾਂ ਇਸ਼ਾਰਾ ਕਰਦਾ। ਇਹਦਾ ਤੁਸੀਂ ਪੰਜਾਬੀ 'ਚ ਮਤਲਬ ਸਮਝਦੇ ਹੋ ਵੀ ਤੈਨੂੰ ਮੈਂ ਦੇਖ ਲੂੰਗਾ। ਫਿਰ ਮੈਂ ਆਵਾਜ਼ ਮਾਰੀ ਹੈ ਵੀ ਹਾਂ ਤੂੰ ਕੌਣ ਹੈ, ਦੱਸ ਤੇਰੀ ਕੀ ਪ੍ਰੋਬਲਮ ਹੈ। ਜਦੋਂ ਉਹ ਤੁਰ ਕੇ ਆਇਆ, ਪਹਿਲਾਂ ਉਹ ਆ ਨਹੀਂ ਸੀ ਰਿਹਾ, ਫਿਰ ਤੁਰ ਕੇ ਆਇਆ, ਕੁਛ ਹੋਰ ਲੋਕ ਭੱਜ ਕੇ ਆਏ, ਅਤੇ ਉੱਥੇ ਚਲੋ ਵਿੱਚ ਪ੍ਰਸ਼ਾਸਨ ਵੀ ਆ ਗਿਆ, ਪੁਲਿਸ ਵੀ ਆ ਗਈ, ਕੁਛ ਹੋਰ ਲੋਕ ਜੋ ਵੀ ਸੀਗੇ ਮੌਕੇ 'ਤੇ ਉਹ ਸਾਰੇ ਵਿੱਚ ਆ ਗਏ। ਤੁਸੀਂ ਵੀ ਸੀ, ਮੀਡੀਆ ਕਵਰੇਜ ਵੀ ਹੋਈ, ਜੋ ਕਿ ਤੁਸੀਂ ਦੇਖਿਆ ਹੋਣਾ। ਸਾਡਾ ਮਕਸਦ ਨਾ ਸਨੀ ਭੱਲੇ ਜੀ ਨਾਲ ਜਿੱਦਬਾਜੀ ਦਾ, ਨਾ ਦੁਸ਼ਮਣੀ ਦਾ। ਪਰ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਬਹੁਤ ਸਾਫ਼ ਮੈਸੇਜ ਦੇਣਾ ਚਾਹੁੰਦਾ, ਜਿਹਨੇ ਵੀ ਦੁਸ਼ਮਣੀ ਕਰਨੀ ਹੋਵੇ ਉਹ ਆਪਣੀ ਮਰਜ਼ੀ ਨਾਲ ਕਰ ਸਕਦਾ। ਅਸੀਂ ਨਾ ਕਿਸੇ ਤੋਂ ਡਰਦੇ ਹਾਂ, ਨਾ ਡਰਾਂਗੇ।
ਜੇ ਉਹ ਸਾਨੂੰ ਡਰਾ ਕੇ ਧਮਕਾ ਕੇ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ, ਉਹ ਭੁੱਲ ਜਾਣ ਗੁਰਪ੍ਰੀਤ ਮਰ ਤਾਂ ਸਕਦਾ ਹੈ ਪਰ ਮੁੜ ਨਹੀਂ ਸਕਦਾ ਜੀ। ਸਰ ਹੁਣ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਆ ਜਿਹੜਾ ਜੁਡੀਸ਼ੀਅਲ ਕਰ ਦਿੱਤਾ ਗਿਆ ਤੇ ਪਟਿਆਲਾ ਜਿਹੜਾ ਜੇਲ੍ਹ 'ਚ ਉਹਨਾਂ ਨੂੰ ਭੇਜ ਦਿੱਤਾ ਗਿਆ, ਜਿਹੜੀ ਹੁਣ ਤੱਕ ਜਿਹੜੀ ਜਾਂਚ ਜੋ ਵੀ ਹੋਈ ਆ ਪੁਲਿਸ ਵੱਲੋਂ, ਵਿਜੀਲੈਂਸ ਵਿਭਾਗ ਵੱਲੋਂ ਜੋ ਹੁਣ ਤੱਕ ਦੀ ਜਿਹੜੀ ਕਾਰਵਾਈ ਕੀਤੀ ਗਈ ਆ, ਉਹ ਤੋਂ ਤੁਸੀਂ ਕਿੰਨੇ ਕੁ ਖੁਸ਼ ਹੋ? ਦੇਖੋ ਜੀ, ਜੋ ਵੀ ਵਿਜੀਲੈਂਸ ਬਿਊਰੋ ਨੇ ਹੁਣ ਤੱਕ ਕੀਤਾ ਹੈ ਉਹ ਮੇਰੇ ਹਿਸਾਬ ਨਾਲ ਉਹ ਸਾਰੇ ਐਸਐਸਪੀ ਤੋਂ ਲੈ ਕੇ ਪੂਰੀ ਟੀਮ ਸਾਡੇ ਵੱਲ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਮੈਂ ਇਹ ਕਹਾਂਗਾ ਪੰਜਾਬੀ 'ਚ ਸ਼ਾਬਾਸ਼ੀ ਦੇ ਪਾਤਰ ਹਨ, ਕਿਉਂਕਿ ਐਸਾ ਆਸਾਨੀ ਨਾਲ ਸਾਨੂੰ ਸਮਾਜ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਕਿ ਐਡੇ ਬੜੇ ਮੰਤਰੀ ਨੂੰ, ਐਡੇ ਬੜੇ ਤਾਕਤਵਰ ਨੂੰ, ਐਡੇ ਬੜੇ ਕਰਪਟ ਸਿਸਟਮ ਨੂੰ ਕਿਸੇ ਨੇ ਹੱਥ ਪਾਇਆ ਹੋਵੇ। ਦੂਸਰੇ ਨੰਬਰ 'ਤੇ ਜੋ ਕੋਰਟ ਵਿੱਚ ਚੱਲ ਰਿਹਾ ਉਹ ਜੁਡੀਸ਼ੀਅਲ ਮੈਟਰ ਹੈ, ਅਸੀਂ ਉਹਦੇ 'ਤੇ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਾਂਗੇ। ਕੋਰਟ ਦੇ ਆਪਣੇ ਕ੍ਰਾਈਟੇਰੀਆ ਨੇ, ਆਪਣੀ ਸੀਮਾਵਾਂ ਨੇ, ਉਹਨਾਂ ਦੇ ਵਿੱਚੋਂ ਜੋ ਕੰਮ ਚੱਲ ਰਿਹਾ ਕੋਰਟ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ। ਉੱਥੇ ਵਕੀਲਾਂ ਦੀ ਬਹਿਸ ਹੋਣੀ ਆ, ਹਰ ਇੱਕ ਨੇ ਆਪਣੇ, ਅਸੀਂ ਵੀ ਦੂਸਰੇ ਪੱਖ ਨੇ ਵੀ ਆਪਣੇ ਪੱਖ ਰੱਖਣੇ, ਉਹ ਰੱਖਣ। ਅਸੀਂ ਬਹੁਤ ਸੰਤੁਸ਼ਟ ਹਾਂ ਅਤੇ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਸਮੇਂ ਵਿੱਚ ਇਸ ਇਨਕੁਆਇਰੀ ਇੱਕ ਅੱਛੇ ਫੇਅਰ ਇਨਵੈਸਟੀਗੇਸ਼ਨ ਹੋਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਇਸ ਨੂੰ ਇੱਕ ਸਹੀ ਅੰਜਾਮ 'ਤੇ ਪਹੁੰਚਾ ਕੇ ਜੋ ਬਣਦੀ ਕਾਨੂੰਨੀ ਸਜ਼ਾ ਹੋਏਗੀ ਉਹ ਦੇਵੇਗੀ। ਗੁਰਪ੍ਰੀਤ ਜੀ, ਇੱਕ ਹੋਰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੋਈ ਚੈਟ ਦੀ ਗੱਲ ਹੋ ਰਹੀ ਆ, ਕੀ ਉਹ ਮੈਟਰ ਕੀ ਹੈ? ਦੇਖੋ ਜੀ, ਉਹ ਚੈਟ ਦਾ ਵੈਸੇ ਕੋਈ ਸਾਡੇ ਨਾਲ ਡਾਇਰੈਕਟਲੀ ਸੰਬੰਧ ਨਹੀਂ ਹੈ, ਪਰ ਮੈਂ ਵੀ ਦੇਖਿਆ, ਜਿੰਨਾ ਕੁ ਮੈਨੂੰ ਪਤਾ ਮੈਂ ਤੁਹਾਨੂੰ ਉਹਦੇ 'ਤੇ ਦੱਸ ਦਿੰਦਾ। ਸ਼ਾਇਦ ਕੋਈ ਮੇਰੇ ਖਿਆਲ ਪ੍ਰਵੀਨ ਜੈਨ ਹੈ ਪਨਸਬ ਦੇ, ਸ਼ਾਇਦ ਉਹ ਸਸਪੈਂਡ ਵੀ ਨੇ ਉਹਨਾਂ ਬਾਰੇ, ਅਤੇ ਇੱਕ ਕੋਈ ਮਿਡਲਮੈਨ ਹੈ ਜੋ ਕਿ ਆਪਣੇ ਆਪ ਨੂੰ ਮੰਤਰੀ ਜੀ ਦਾ ਅਤੇ ਕੁਛ ਅਫਸਰਾਂ ਦਾ ਦੱਸਦਾ ਹੈ। ਹੁਣ ਇਹ ਨਹੀਂ ਪਤਾ ਉਹ ਕੋਈ ਸਰਕਾਰੀ ਬੰਦਾ ਹੈ ਜਾਂ ਕੋਈ ਪੋਲੀਟੀਕਲ ਪਰਸਨ ਹੈ। ਉਹਦੇ 'ਚੋਂ ਪੈਸੇ ਦੀ ਲੈਣ ਦੇਣ, ਰੇਟਾਂ ਦੀ, ਹੋਰ ਅਦਰਸ ਸਾਰੀਆਂ ਗੱਲਾਂ, ਬਹੁਤ ਖੁੱਲ੍ਹੀਆਂ ਗੱਲਾਂ ਹੋ ਰਹੀਆਂ ਨੇ। ਉਹਨੂੰ ਪੜ੍ਹ ਕੇ ਕਲੀਅਰ ਸਾਫ਼ ਹੋ ਜਾਂਦਾ ਹੈ ਵੀ ਇਹ ਸਿਸਟਮ ਕਿੰਨਾ ਕਰਪਟ ਹੈ ਅਤੇ ਕਿਹੜੇ ਤਰੀਕੇ ਨਾਲ ਸਾਨੂੰ ਮਾਸੂਮ ਲੋਕਾਂ ਨੂੰ, ਭੋਲੇ ਭਾਲਿਆਂ ਨੂੰ ਬੇਵਕੂਫ ਬਣਾ ਕੇ ਸਰਕਾਰ ਦੇ ਖਜ਼ਾਨੇ ਦੀ ਅਤੇ ਸਿਸਟਮ ਦੀ ਲੁੱਟ ਕੀਤੀ ਜਾਂਦੀ ਹੈ। ਜਦੋਂ ਇਹ ਸਾਰੀ ਲੁੱਟ ਹੋਈ ਤਾਂ ਹੀ ਪੰਜਾਬ ਅੱਜ ਕਰਜ਼ੇ ਦੇ ਐਡੇ ਬੜੇ ਦੁਆਰ 'ਤੇ ਖੜ੍ਹਾ ਹੈ। ਬਹੁਤ ਸਾਰੇ ਜਿਹੜੇ ਨਾਂ ਨੇ ਉਹ ਸਾਹਮਣੇ ਆਉਂਦੇ ਨੇ, ਜਿੱਦਾਂ ਅਸੀਂ ਗੱਲ ਕਰ ਲਈਏ ਤੇਲੂ ਰਾਮ ਦਾ ਨਾਂ ਜਿਹੜਾ ਇਹ ਮਾਮਲੇ ਨਾਲ ਜੁੜਿਆ ਸਾਫ਼ ਨਜ਼ਰ ਆਉਂਦਾ ਹੈ। ਮੀਨੂ ਮਲਹੋਤਰਾ ਦੀ ਅਸੀਂ ਗੱਲ ਕਰ ਲਈਏ, ਉਹਨਾਂ ਦਾ ਨਾਮ ਜਿਹੜਾ ਸਾਫ਼ ਜੁੜਿਆ ਜਿਹੜਾ ਨਜ਼ਰ ਆਉਂਦਾ। ਫਿਰ ਭਾਰਤ ਭੂਸ਼ਣ ਆਸ਼ੂ ਜੀ ਨੇ ਜੋ ਸਾਬਕਾ ਕੈਬਨਿਟ ਮੰਤਰੀ ਨੇ, ਉਹਨਾਂ ਦਾ ਨਾਮ ਵੀ ਜਿਹੜਾ ਜੁੜਿਆ ਨਾਲ ਨਜ਼ਰ ਸਾਫ਼ ਤੌਰ 'ਤੇ ਆਉਂਦਾ। ਹੋਰ ਕਿੰਨੇ ਕੁ ਨਾਮ ਨੇ ਜਿਹੜੇ ਇਹ ਮਾਮਲੇ ਨਾਲ ਜੁੜੇ ਹੋਏ ਨੇ? ਦੇਖੋ ਜੀ, ਜੇ ਤੁਸੀਂ ਮੇਰੀ ਪਰਸਨਲ ਜਾਣਕਾਰੀ ਦੇ ਮੁਤਾਬਕ ਪੁੱਛੋ, ਜਿੰਨਾ ਮੈਨੂੰ ਪਤਾ ਅਤੇ ਮੇਰੇ ਸਾਥੀ ਮੈਨੂੰ ਦੱਸਦੇ ਨੇ, ਇਹ ਮਾਮਲਾ ਪੂਰੇ ਪੰਜਾਬ 'ਚ ਬਹੁਤ ਬੜੇ ਸਕੈਂਡਲ ਦੇ ਰੂਪ 'ਚ ਹੈ। ਇਹਦੇ 'ਚ ਇੱਕ ਬਹੁਤ ਬੜੇ ਲੈਵਲ 'ਤੇ ਕੰਮ ਹੋਇਆ, ਬਹੁਤ ਜ਼ਿਆਦਾ ਲੋਕ ਜੁੜੇ ਹੋਏ ਨੇ। ਹੁਣ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕਿਹਦੇ ਖਿਲਾਫ ਸਬੂਤ ਮਿਲਦੇ ਹਨ, ਕਿਹਦੇ ਨਹੀਂ ਮਿਲਦੇ ਹਨ, ਕਿਹੜੇ ਸਬੂਤ ਨਾ ਮਿਲਣ ਦਾ ਫਾਇਦਾ ਚੱਕਦਾ ਹੈ, ਕਿਹੜਾ ਕਾਨੂੰਨੀ ਤਰੀਕੇ ਦਾ ਫਾਇਦਾ ਚੱਕਦਾ ਹੈ ਜਾਂ ਕੁਝ ਹੋਰ ਚੀਜ਼ਾਂ ਦਾ ਫਾਇਦਾ ਚੱਕਦਾ, ਉਹ ਸਮਾਂ ਹੀ ਦੱਸੇਗਾ। ਪਰ ਇਹ ਘਪਲਾ ਬਹੁਤ ਬੜੇ ਲੈਵਲ 'ਤੇ ਹੈ ਔਰ ਬਹੁਤ ਬੜੇ ਲੋਕ ਇਹਦੇ ਵਿੱਚ ਸ਼ਾਮਿਲ ਹਨ। ਠੇਕੇਦਾਰ ਤੋਂ ਲੈ ਕੇ ਅਫਸਰ ਤੋਂ ਲੈ ਕੇ ਰਾਜਨੀਤਿਕ ਲੋਕ, ਤਿੰਨੇ ਪਾਰਟ ਇਹਦੇ ਵਿੱਚ ਬਖੂਬੀ ਸ਼ਾਮਿਲ ਹਨ। ਗੁਰਪ੍ਰੀਤ ਜੀ, ਜਿੱਦਾਂ ਅਸੀਂ ਗੱਲ ਕਰ ਲੱਗੇ ਕਿ ਹੁਣ ਜਿਹੜਾ ਇਹ ਘੁਟਾਲਾ ਹੋਇਆ ਤੇ ਬੇਸ਼ੱਕ ਜਿਹੜੀ ਕਾਰਵਾਈ ਆ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਮਹਿਕਮੇ ਨੇ ਪੰਜਾਬ ਦੇ ਅੰਦਰ, ਹੋਰ ਵੀ ਬਹੁਤ ਸਾਰੇ ਜਿਹੜੇ ਸਕੈਮ ਉਹ ਹੁੰਦੇ ਆ ਤੇ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਸਰਕਾਰ ਦਾ ਪੈਸਾ ਲੁੱਟਦੇ ਆ, ਲੋਕਾਂ ਦਾ ਪੈਸਾ ਲੁੱਟਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਅਸੀਂ ਤਾਂ ਇੱਕ ਹੱਥ ਜੋੜ ਕੇ ਸਾਰਿਆਂ ਮੂਹਰੇ ਬੇਨਤੀ ਕਰਾਂਗੇ, ਆਪਣੀ ਕਿਰਤ ਕਮਾਈ ਦਾ ਖਾਓ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ ਤੇ ਜੀਵਨ ਬਤੀਤ ਕਰੋ, ਕਿਉਂਕਿ ਸਭ ਨੇ ਇੱਕ ਦਿਨ ਤਾਂ ਇਸ ਸੰਸਾਰ ਤੋਂ ਜਾਣਾ ਹੀ ਹੈ। ਨਾ ਕੋਈ ਧਨ ਪੈਸਾ ਜਾਂ ਕੋਈ ਹੋਰ ਚੀਜ਼ ਲੈ ਕੇ ਆਇਆ, ਨਾ ਕਿਸੇ ਨੇ ਲੈ ਕੇ ਜਾਣੀ ਹੈ। ਇਹ ਸਿਰਫ ਅਸੀਂ ਇੱਥੇ ਆ ਕੇ ਭੁੱਲ ਜਾਂਦੇ ਹਾਂ ਵੀ ਅਸੀਂ ਇਸ ਜੀਵਨ ਨੂੰ ਕਿਸ ਮਕਸਦ ਨਾਲ ਜੀਣ ਲਏ ਹਾਂ, ਪਰ ਅਸੀਂ ਇੱਕ ਪੈਸੇ ਦੀ ਇੰਨੀ ਦੌੜ ਮਗਰ, ਲਾਲਚ ਮਗਰ, ਅੰਨੀ ਤਾਕਤ ਮਗਰ ਭੱਜ ਲੈਂਦੇ ਹਾਂ ਅਤੇ ਅਸੀਂ ਇਹ ਬਿਲਕੁਲ ਭੁੱਲ ਜਾਂਦੇ ਹਾਂ ਕਿ ਇਸ ਸਮਾਜ ਦੇ ਲਈ ਵੀ ਸਾਡੇ ਕੁਝ ਫਰਜ਼ ਹਨ, ਆਪਣੇ ਲਈ ਵੀ, ਆਪਣੇ ਪਰਿਵਾਰ ਲਈ ਵੀ, ਸਟੇਟ ਲਈ ਵੀ, ਦੇਸ਼ ਲਈ ਵੀ, ਸੰਸਾਰ ਲਈ ਵੀ, ਸਾਰਿਆਂ ਲਈ ਸਾਡੇ ਕੁਝ ਫਰਜ਼ ਹਨ। ਅਸੀਂ ਉਹ ਸਾਰੇ ਦਰਕਿਨਾਰ ਕਰਦੇ ਹੋਏ ਸਿਰਫ ਇੱਕੋ ਹੀ ਮਕਸਦ ਮੂਹਰੇ ਰੱਖ ਲੈਂਦੇ ਹਾਂ ਕਿ ਅਸੀਂ ਬੜੇ ਕਿੱਦਾਂ ਬਣਨਾ ਔਰ ਥੋੜ੍ਹੇ ਟਾਈਮ 'ਚ ਬਣਨਾ। ਜਿਹੜਾ ਇਹ ਕੰਮ ਹੈ ਸਾਰਿਆਂ ਨਾਲੋਂ ਜ਼ਿਆਦਾ ਗਲਤ ਹੈ। ਬੜਾ ਬਣਨਾ ਕੋਈ ਗਲਤ ਨਹੀਂ ਹੈ, ਉਹਦਾ ਤਰੀਕਾ ਗਲਤ ਹੈ। ਕਿਹੜਾ ਤੁਸੀਂ ਮੈਥਡ ਅਪਣਾ ਕੇ ਕਿਹੜੇ ਪੈਸੇ ਨੂੰ ਤੁਸੀਂ ਕਮਾਉਣਾ ਚਾਹੁੰਦੇ ਹੋ, ਉਹ ਚੀਜ਼ ਗਲਤ ਹੈ। ਤੁਸੀਂ ਇਮਾਨਦਾਰੀ ਨਾਲ ਕਰੋੜਾਂ ਅਰਬਾਂ ਖਰਬਾਂ ਕਮਾਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਤੁਸੀਂ ਕਿਸੇ ਦਾ ਗਲਾ ਘੁੱਟ ਕੇ, ਦੂਜੇ ਬੱਚਿਆਂ ਦੀ ਰੋਟੀ ਖੋਹ ਕੇ ਸਿਰਫ ਕੁਝ ਲੋਕਾਂ ਦੇ ਹੱਥ ਵਿੱਚ ਦੇ ਦਿਓ ਜਾਂ ਕੁਝ ਲੋਕ ਹੀ ਸਾਰਾ ਕੁਝ ਚਲਾਉਣ, ਇਹ ਚੀਜ਼ ਦੇ ਅਸੀਂ ਖਿਲਾਫ ਹੈ। ਅਸੀਂ ਇਹ ਚਾਹਾਂਗੇ ਆਉਣ ਵਾਲੇ ਸਮੇਂ ਵਿੱਚ ਐਸਾ ਕੁਝ ਨਾ ਹੋਵੇ।
ਤੇ ਇਸ ਕਰਕੇ ਜਦੋਂ ਵੀ ਲੋੜ ਹੋਏਗੀ ਅਸੀਂ ਇਸ ਤੇ ਜ਼ਰੂਰ ਆਪਣੀ ਆਵਾਜ਼ ਬੁਲੰਦ ਕਰਾਂਗੇ। ਪਰ ਇਹ ਜ਼ਰੂਰ ਕਹਾਂਗੇ, ਹੱਥ ਜੋੜ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਪਲੀਜ਼ ਤੁਸੀਂ ਗਲਤ ਕੰਮ ਨਾ ਕਰੋ ਤੇ ਅੱਛੇ ਕੰਮ ਦਾ ਸਾਥ ਦਿਓ, ਤੇ ਜਿਸ ਨਾਲ ਪੰਜਾਬ, ਪੰਜਾਬੀਅਤ, ਦੇਸ਼ ਤੇ ਦੁਨੀਆ ਖੁਸ਼ਹਾਲ ਹੋਵੇ। ਸੋ ਸਾਡੇ ਨਾਲ ਇਹ ਜਿਹੜੇ ਗੁਰਪ੍ਰੀਤ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਵੱਲੋਂ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਦੇ ਖਿਲਾਫ ਇੱਕ ਕੰਪਲੇਂਟ ਕੀਤੀ ਗਈ ਸੀ, ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਹੁਣ ਜਿਹੜਾ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਖੈਰ ਭਾਰਤ ਭੂਸ਼ਣ ਜਿਹੜੇ ਆਸ਼ੂ ਨੇ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਗਿਆ। ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਕਰਨ ਕੁਮਾਰ।